ਪੰਜਾਬੀ ਸਾਹਿਤ ਪੰਜਾਬੀ ਗੁਰਮਤਿ ਸਾਹਿਤ ਦਾ ਅਨਮੋਲ ਖਜ਼ਾਨੇ ਨੂੰ ਅੱਜ ਮਾਣ-ਤਾਣ ਮਿਲਿਆ ਮਹਿਸੂਸ ਹੋ ਰਿਹਾ ਹੈ। ਡਾਕਟਰ ਰਤਨ ਸਿੰਘ ਜੱਗੀ ਨੂੰ ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀ ਪਦਮ ਸ਼੍ਰੀ ਅਵਾਰਡ ਉਹਨਾਂ ਨੂੰ ਅਨਾਉਂਸ ਕੀਤਾ ਗਿਆ ਹੈ। ਡਾਕਟਰ ਰਤਨ ਸਿੰਘ ਜੱਗੀ ਸਾਡੇ ਨਾਲ ਮੌਜੂਦ ਨੇ। ਉਹਨਾਂ ਨੂੰ ਜਾਣਦੇ ਹਾਂ ਕਿੰਨੀ ਘਾਲਣਾ ਉਹਨਾਂ ਨੇ ਘਾਲੀ ਇਸ 95 ਸਾਲ ਦੀ ਉਮਰ ਵਿੱਚ ਵੀ ਹਲੇ ਵੀ ਉਹ ਐਕਟਿਵ ਨੇ। ਡਾਕਟਰ ਸਾਹਿਬ ਪਹਿਲਾਂ ਤਾਂ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ। ਤੈਨੂੰ ਤੁਸੀਂ ਮੈਨੂੰ ਮੁਬਾਰਕ ਦੇ ਰਹੇ ਹੋ। ਸੱਚੀ ਗੱਲ ਤਾਂ ਇਹ ਪੰਜਾਬੀ ਜਗਤ ਨੂੰ ਮੁਬਾਰਕ ਹੈ, ਕਿਉਂਕਿ ਇਹ ਪੰਜਾਬੀ ਜਗਤ ਦਾ ਮਾਣ ਹੈ, ਉਹਨੂੰ ਇਹ ਐਵਾਰਡ ਮਿਲਿਆ ਹੈ ਅਤੇ ਮੈਂ ਉਸ ਦੁਆਰਾ ਸਤਿਕਾਰਿਆ ਹੋਇਆ। ਬਿਲਕੁਲ, ਇਹ ਤੁਹਾਡਾ ਵਡੱਪਣ ਹੈ। ਤੁਸੀਂ ਸਾਰਾ ਆਪਣਾ ਸਮਰਪਿਤ ਪੰਜਾਬੀ ਜਗਤ ਨੂੰ ਕਰ ਰਹੇ ਹੋ। ਡਾਕਟਰ ਸਾਹਿਬ ਕੀ ਸਮਝਦੇ ਹੋ, ਕਿੰਨਾ ਕੁ ਵੱਡਾ ਅਵਾਰਡ ਸਮਝਦੇ ਹੋ? ਐਵਾਰਡ ਜਿਹੜਾ ਹੈ ਇਹ ਤਾਂ ਪਰਮਾਤਮਾ ਦੀ ਕਿਰਪਾ ਹੈ। ਹਰ ਯਤਨ ਵਿੱਚ, ਹਰ ਸਤਿਕਾਰ ਵਿੱਚ, ਹਰ ਐਵਾਰਡ ਵਿੱਚ ਪਿੱਛੇ ਪਰਮਾਤਮਾ ਦੀ ਭਾਵਨਾ ਹੈ। ਪਰਮਾਤਮਾ ਨੇ ਕੀ ਕਰਨਾ ਹੈ ਇਹ ਉਹ ਜਾਣੇ। ਮੈਨੂੰ ਤਾਂ ਜੋ ਕੁਝ ਕਹਿੰਦੇ ਆ ਸਵੀਕਾਰ ਕਰ ਲੈਣਾ। ਬਿਲਕੁਲ, ਸਾਹਿਤ ਅਕੈਡਮੀ ਅਵਾਰਡ ਤੁਹਾਨੂੰ ਮਿਲਿਆ ਹੋਇਆ ਹੈ, ਪੰਜਾਬੀ ਸਾਹਿਤ ਰਤਨ ਅਵਾਰਡ ਮਿਲਿਆ ਹੋਇਆ ਹੈ, ਪਦਮ ਸ਼੍ਰੀ ਅਵਾਰਡ ਤੁਹਾਡੇ ਕਦ ਨਾਲੋਂ ਅਸੀਂ ਪੰਜਾਬੀ ਪਿਆਰੇ ਕਹਿ ਸਕਦੇ ਹਾਂ ਵੀ ਛੋਟਾ ਅਵਾਰਡ ਹੈ, ਤੁਹਾਨੂੰ ਪਦਮ ਵਿਭੂਸ਼ਣ ਮਿਲਣਾ ਚਾਹੀਦਾ ਸੀ। ਪਰ ਜੋ ਮਿਲ ਗਿਆ ਠੀਕ ਹੈ, ਕਿਉਂਕਿ ਇਸ ਮੰਗ ਲਈ ਸਾਨੂੰ ਆਪਣੇ ਆਪ ਨੂੰ ਜ਼ਿੱਦ ਨਹੀਂ ਕਰਨੀ ਚਾਹੀਦੀ, ਕਹਿਣਾ ਨਹੀਂ ਚਾਹੀਦਾ। ਜੋ ਮਿਲ ਜਾਏ ਠੀਕ ਹੈ। ਅਸੀਂ ਤਾਂ ਐਵਾਰਡਾਂ ਤੱਕ ਮਹਿਦੂਦ ਨਹੀਂ, ਅਸੀਂ ਤਾਂ ਸਿਰਫ ਸੇਵਾ ਕਰਨੀ ਹੈ, ਪੰਜਾਬੀ ਦੀ ਸੇਵਾ ਕਰਨੀ ਹੈ, ਗੁਰਮਤਿ ਦੀ ਸੇਵਾ ਕਰਨੀ ਹੈ, ਔਰ ਇਸ ਸੇਵਾ ਰਾਹੀਂ ਆਪਣੇ ਸਾਰੇ ਭਾਈਚਾਰੇ ਤੋਂ, ਆਪਣੇ ਸਾਰੇ ਸੱਭਿਆਚਾਰ ਤੋਂ ਸਤਿਕਾਰ ਪ੍ਰਾਪਤ ਕਰਨਾ ਹੈ। ਇਨਾਮ ਕੋਈ ਚੀਜ਼ ਨਹੀਂ ਹੁੰਦੀ, ਅਵਾਰਡ ਕੋਈ ਚੀਜ਼ ਨਹੀਂ ਹੁੰਦਾ, ਸਿਰਫ ਇੱਕ ਕਿਸਮ ਦੀ ਭਾਵਨਾ ਹੈ, ਉਹ ਪ੍ਰਗਟ ਉਹਨਾਂ ਨੇ ਕਰ। ਬਿਲਕੁਲ ਤੁਹਾਡਾ ਵਡੱਪਣ ਹੈ ਇਸ ਗੱਲ ਦਾ। ਗੱਲ ਕੀਤੀ ਜਾ ਰਹੀ ਹੈ ਸਾਹਿਤ ਦੀਆਂ ਤੁਹਾਡੀਆਂ ਜਿਹੜੀ ਦੇਣ ਹੈਗੀ ਹੈ। ਤੁਹਾਡੀ ਉਮਰ 95 ਸਾਲ ਹੈ, ਪੁਸਤਕਾਂ ਤੁਹਾਡੀਆਂ 150 ਦੇ ਕਰੀਬ ਨੇ। ਉਹ ਕਿੰਨਾ ਟਾਈਮ ਮਿਲ ਜਾਂਦਾ ਸੀ? ਇੰਨੀਆਂ ਪੁਸਤਕਾਂ ਤੁਸੀਂ ਰਚਤੀਆਂ, ਔਰ ਤੁਲਸੀ ਰਮਾਇਣ ਨੂੰ ਵੀ ਪੰਜਾਬੀ ਕੀਤੀ, ਦਸਮ ਗ੍ਰੰਥ ਦਾ ਵੀ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਵੀ ਟੀਕਾਕਰਨ ਕੀਤਾ। ਇਹਦੇ ਬਾਰੇ ਕੀ ਦੱਸਣਾ ਚਾਹੋਗੇ ਦਰਸ਼ਕਾਂ ਨੂੰ? ਇੱਕ ਮੈਂ ਗੱਲ ਜਿਹੜੀ ਦੱਸਣਾ ਚਾਹੁੰਦਾ ਹਾਂ ਕਿ ਜਿਸ ਵਕਤ ਮੈਂ ਦਸਮ ਗ੍ਰੰਥ 'ਤੇ ਰਿਸਰਚ ਸ਼ੁਰੂ ਕੀਤੀ, ਉਸ ਤੋਂ ਪਹਿਲੇ ਮੈਨੂੰ ਕੋਈ ਗੁਰਮਤਿ ਜਾਂ ਇਹਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਹੁੰਦੀ। ਮੈਂ ਪੁਲਿਸ ਵਿੱਚ ਸਾਂ, 7 ਸਾਲ ਮੈਂ ਪੁਲਿਸ ਦੀ ਨੌਕਰੀ ਕੀਤੀ ਹੈ, ਔਰ ਉੱਥੇ ਪੁਲਿਸ ਦੇ ਵਿੱਚ CID ਸਪੈਸ਼ਲ ਬ੍ਰਾਂਚ ਵਿੱਚ ਮੈਂ ਕੰਮ ਕਰਦਾ ਸੀ। ਮੈਨੂੰ ਇਹ ਖੋਜ ਦੀਆਂ ਹਰ ਵਕਤ ਸਮੱਸਿਆ ਕਿਸੇ ਨਾ ਕਿਸੇ ਰੂਪ ਵਿੱਚ, ਕਿਸੇ ਨਾ ਕਿਸੇ ਪਰਸਨੈਲਿਟੀ 'ਤੇ ਖੜੀ ਰਹਿੰਦੀ ਸੀ। ਉੱਥੋਂ ਮੈਂ ਇੱਕ ਆਈਡੀਆ ਲਿਆ ਕਿ ਖੋਜ ਕੀਤੀ ਜਾਏ। ਜਿਸ ਵਕਤ ਮੈਂ ਪੰਜਾਬੀ MA ਕੀਤਾ, ਉਸ ਵਕਤ ਮੇਰੀ ਡਾਈਵਰਸ਼ਨ ਇੱਧਰ ਹੋ ਗਈ। ਸਭ ਤੋਂ ਪਹਿਲਾਂ ਜਿਸ ਵਕਤ ਮੈਂ ਦਸਮ ਗ੍ਰੰਥ 'ਤੇ PhD ਸ਼ੁਰੂ ਕੀਤੀ, ਫਿਰ ਮੈਂ ਇਸ ਬਾਣੀ ਨਾਲ ਜੁੜ ਗਿਆ। ਜਿਸ ਵਕਤ ਮੈਂ ਬਾਣੀ ਨਾਲ ਜੁੜਿਆ, ਮੈਂ PhD ਕੀਤੀ। PhD ਦਸਮ ਗ੍ਰੰਥ ਦੇ ਬਾਰੇ ਕਰਕੇ ਫਿਰ ਮੈਂ ਅੱਗੋਂ ਸਾਰਾ ਕੁਝ ਕਰਦਾ ਰਿਹਾ। ਐਕਚੁਅਲੀ ਗੱਲ ਇਹ ਹੈ ਕਿ ਮੈਂ ਰਹਿ ਨਹੀਂ ਸਕਦਾ। PhD ਕਰਨ ਤੋਂ ਪਹਿਲਾਂ ਜਦੋਂ ਮੈਂ ਪੁਲਿਸ ਵਿੱਚ ਸਾਂ, MA ਕਰ ਲਿਆ ਸੀ, ਹਿੰਦੀ ਵਿੱਚ ਵੀ ਪੰਜਾਬੀ ਵਿੱਚ ਵੀ। ਮੈਂ ਕੋਈ ਇੱਕ ਦਿਨ ਦਾ ਵੀ ਐਕਸਪੀਰੀਅੰਸ ਨਹੀਂ ਸੀ। ਮੈਂ ਹਿੰਦੂ ਕਾਲਜ ਸੋਨੀਪਤ RSS ਦਾ ਕਾਲਜ ਸੀ, ਉੱਥੇ ਪੋਸਟ ਨਿਕਲੀ, ਮੈਂ ਅਪਲਾਈ ਕਰ ਦਿੱਤਾ। ਜਿਸ ਦਿਨ ਮੈਂ ਉੱਥੇ ਇੰਟਰਵਿਊ 'ਤੇ ਗਿਆ, ਉਸ ਦਿਨ ਜਨਮਅਸ਼ਟਮੀ ਸੀ ਸ਼੍ਰੀ ਕ੍ਰਿਸ਼ਨ ਦੀ। ਮੈਂ ਸ਼ਾਮ ਨੂੰ ਸ਼ਕਤੀ ਨਗਰ ਦਿੱਲੀ ਪ੍ਰੋਗਰਾਮ ਰੱਖੇ ਹੋਏ ਸੀ, ਲੇਕਿਨ ਮੈਂ ਉੱਥੇ ਗਿਆ। ਉਹ ਵੱਡਾ ਸਾਰਾ ਆਂਗਣ ਸੀ, ਉਸ 200-300 ਕੈਂਡੀਡੇਟ ਫਿਰਦੇ ਸਨ ਡਿਫਰੈਂਟ ਸਬਜੈਕਟ ਦੇ। ਮੈਂ ਸੋਚਿਆ ਮੈਨੂੰ ਤਾਂ ਇੱਥੇ ਕਿਸੇ ਨੇ ਪੁੱਛਣਾ ਹੀ ਨਹੀਂ, ਸਿੱਖ ਸਿਰਫ ਮੈਂ ਇੱਕ ਸਾਂ। HK ਭੱਟਾਚਾਰੀਆ ਇੱਕ ਬੰਗਾਲੀ ਸੀ ਜਿਹੜਾ ਪਹਿਲੇ DPI ਪੈਪਸੂ ਦਾ ਰਿਟਾਇਰ ਹੋਇਆ ਸੀ। ਉਹ ਤੁਰਦਾ ਫਿਰਦਾ ਕਿਤੇ ਆ ਗਿਆ ਅਤੇ ਮੈਨੂੰ ਆ ਕਹਿੰਦਾ, ਯੂ ਆਰ ਸਨ ਆਫ ਗੁਰੂ ਨਾਨਕ। ਮੈਂ ਕਿਹਾ ਯੈਸ ਜੀ। ਕਹਿੰਦਾ ਵਾਟ ਇਜ਼ ਯੂਅਰ ਕੁਆਲੀਫਿਕੇਸ਼ਨ? ਮੈਂ ਦੱਸੀ। ਕਹਿੰਦੇ ਯੂ ਹੈਵ ਗਾਟ ਗੁੱਡ ਚਾਂਸ ਆਫ ਸਿਲੈਕਸ਼ਨ। ਉਹ ਕਹਿ ਕੇ ਚਲਾ ਗਿਆ। ਉਸ ਤੋਂ ਬਾਅਦ ਮੈਂ ਦੇਖਿਆ ਕਿ ਮੇਰੀ ਵਾਰੀ ਕੋਈ ਨਹੀਂ ਆਉਣੀ। ਫਿਰ ਮੈਂ ਜਿਸ ਵਕਤ ਪਹਿਲਾ ਕੈਂਡੀਡੇਟ ਅੰਗਰੇਜ਼ੀ ਦਾ ਅੰਦਰ ਗਿਆ, ਉਸ ਤੋਂ ਬਾਅਦ ਮੈਂ ਅੰਦਰ ਚਲਾ ਗਿਆ। ਮੈਂ ਉਹਨਾਂ ਨੂੰ ਕਿਹਾ ਕਿ ਇਹ ਮੇਰੀ ਪ੍ਰੋਬਲਮ ਹੈ, ਤੁਸੀਂ ਇੰਟਰਵਿਊ ਕਰਨਾ ਤਾਂ ਕਰ ਲਓ, ਨਹੀਂ ਤਾਂ ਫਿਰ ਮੈਂ ਚੱਲਿਆ। ਕਿਉਂਕਿ ਉਹਨਾਂ ਨੇ ਕਿਹਾ ਨਹੀਂ, ਜਿਸ ਵਕਤ ਅੰਗਰੇਜ਼ੀ ਵਾਲਿਆਂ ਦਾ ਖ਼ਤਮ ਹੋ ਜਾਏ ਤੁਸੀਂ ਆ ਜਾਣਾ। ਅੰਗਰੇਜ਼ੀ ਵਾਲਿਆਂ ਦਾ ਖ਼ਤਮ ਹੋਇਆ, ਮੈਂ ਅੰਦਰ ਗਿਆ। 2-3 ਮਿੰਟ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਉਹ ਕਹਿੰਦੇ ਅਸੀਂ ਦੱਸਣਾ ਨਹੀਂ, ਇੱਥੋਂ ਚੁੱਪ ਕਰਕੇ ਹੁਣ ਚਲੇ ਜਾਓ, ਅਸੀਂ ਤੁਹਾਨੂੰ ਸਿਲੈਕਟ ਕਰ ਲਿਆ ਔਰ ਤੁਸੀਂ 3-4 ਦਿਨਾਂ ਵਿੱਚ ਅਪੁਆਇੰਟਮੈਂਟ ਲੈਟਰ ਲੈ ਲਓ।
ਤੁਸੀਂ ਹੈਰਾਨ ਹੋਵੋਗੇ ਉਹ ਸ਼੍ਰੀ ਕ੍ਰਿਸ਼ਨ ਦਾ ਫੰਕਸ਼ਨ ਕਰਨ ਲਈ ਸ਼੍ਰੀ ਕ੍ਰਿਸ਼ਨ ਹੋਵੇ ਜਾਂ ਕੋਈ ਇਹ ਸਾਰੇ ਪ੍ਰਤੀਕ ਨੇ ਪਰਮਾਤਮਾ ਦੇ ਤੇ ਇਹਨਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਮੌਜੂਦ ਹੈ ਤੇ ਉਹਨਾਂ ਦੀ ਪ੍ਰੇਰਣਾ ਦੇ ਨਾਲ ਮੈਂ ਉੱਥੇ ਬੈਠਾ ਹੋਇਆ ਬਿਨਾਂ ਐਕਸਪੀਰੀਅੰਸ ਦੇ ਬਿਨਾਂ ਇੰਟਰਵਿਊ ਦੇ ਸਿਲੈਕਟ ਹੋ ਗਿਆ ਔਰ ਆ ਕੇ ਮੈਂ ਡਿਊਟੀ ਜੁਆਇਨ ਕਰ ਲਈ ਔਰ ਉੱਥੇ ਮੈਂ ਹਾਲੀ 3 ਮਹੀਨੇ ਵੀ ਕੰਮ ਨਹੀਂ ਕੀਤਾ ਤੇ ਪੰਜਾਬ ਸਰਵਿਸ ਕਮਿਸ਼ਨ ਦੀ ਪੋਸਟਾਂ ਨਿਕਲ ਆਈਆਂ ਮੈਂ ਉੱਥੇ ਗਿਆ ਤੇ 2 ਮਿੰਟ 'ਚ ਇੰਟਰਵਿਊ ਉੱਥੇ ਮੁੱਕ ਗਿਆ ਮੈਨੂੰ ਉਹਨਾਂ ਨੇ ਵੀ ਉੱਥੇ ਸਿਲੈਕਟ ਕਰ ਲਿਆ ਜਿਸ ਵਕਤ ਉੱਥੇ ਮੈਂ ਗਿਆ ਤੇ ਉੱਥੋਂ ਦਾ ਜਿਹੜਾ ਪ੍ਰਿੰਸੀਪਲ ਸੀ ਸਾਰੇ ਗਾਊਨ ਪਾਉਂਦੇ ਸੀ ਲੈਕਚਰ ਕਰਨ ਵਾਸਤੇ ਕਲਾਸਾਂ ਵਿੱਚ ਜਿਹੜਾ ਉੱਥੋਂ ਦਾ ਪ੍ਰਿੰਸੀਪਲ ਸੀ ਉਹਨੇ ਵੱਖਰਾ ਗਾਊਨ ਪਾਇਆ ਹੋਇਆ ਸੀ ਮੈਂ ਪੁੱਛਿਆ ਕਿਉਂ ਕਹਿੰਦੇ ਇਹ PhD ਹੈ ਮੈਂ ਕਿਹਾ ਫਿਰ ਤਾਂ ਮੈਨੂੰ PhD ਕਰਨੀ ਚਾਹੀਦੀ ਮੈਂ ਮਾਰਚ 1958 ਵਿੱਚ ਜੁਆਇਨ ਕਰਦਾ ਗਵਰਨਮੈਂਟ ਕਾਲਜ ਹਿਸਾਰ ਤੇ ਉਸ ਤੋਂ ਬਾਅਦ ਫਿਰ ਮੇਰੇ ਅੰਦਰ ਇੱਕ ਭਾਵਨਾ ਪੈਦਾ ਹੋ ਗਈ ਮੈਨੂੰ ਸੰਸਕ੍ਰਿਤ ਪੜ੍ਹਨੀ ਸੀ ਉਹ BA ਸੰਸਕ੍ਰਿਤ ਕੀਤਾ ਫਿਰ ਮੈਂ ਸੋਚਿਆ ਹੁਣ ਕਿਵੇਂ ਕਰੀਏ ਫਿਰ ਮੈਂ ਸਾਰਿਆਂ ਨੂੰ ਮਿਲ ਕੇ ਭਾਈ ਜੋਤ ਸਿੰਘ ਦੋ ਸਦੇ ਸੇ ਅਲਟੀਮੇਟਲੀ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਇੱਕ 15 ਬੰਦਿਆਂ ਦੀ ਲਿਸਟ ਦਿੱਤੀ 15 ਸਬਜੈਕਟ ਦੀ ਲਿਸਟ ਦਿੱਤੀ ਹੋਈ ਸੀ ਕਿ ਇਸ ਤੇ ਮੈਂ PhD ਨਹੀਂ ਤੁਸੀਂ ਕਰਵਾ ਲਓ ਭਾਈ ਜੋਤ ਸਿੰਘ ਨੂੰ ਕਿਹਾ ਭਾਈ ਜੋਤ ਸਿੰਘ ਨੇ ਕਿਹਾ ਉਹ ਲਿਸਟ ਲਿਓ ਲਿਸਟ ਵਿੱਚ ਪਹਿਲਾ ਸਬਜੈਕਟ ਸੀ ਪੰਜਾਬੀ ਨਾਟਕ ਉਤਪਤੀ ਦੇ ਵਿਕਾਸ ਮੈਂ ਇਸ ਤੇ ਡਾਕਟਰ ਹਰਭਜਨ ਸਿੰਘ ਦਿੱਲੀ ਨਾਲ ਮਿਲ ਕੇ ਸਿਨਾਪਸਿਸ ਤਿਆਰ ਕੀਤੇ ਆ ਕੇ ਭਾਈ ਜੋਤ ਸਿੰਘ ਨੂੰ ਦਿਖਾਏ ਡਾਕਟਰ ਹਰਭਜਨ ਸਿੰਘ ਕਹਿੰਦਾ ਨਹੀਂ ਇਹ ਕੁਛ ਨਹੀਂ ਉਹਨਾਂ ਨੇ ਕਿਹਾ ਕਿ ਇਹ ਛੋਟਾ ਸਬਜੈਕਟ ਹੈ ਇਸ ਵਿੱਚ ਇੱਕ ਹੈ ਹਿਸਟੋਰੀਕਲ ਐਪੀਸੋਡਸ ਇਨ ਦਾ ਦਸਮ ਗ੍ਰੰਥ ਉਹ ਕਹਿੰਦੇ ਇਹ ਹਿਸਟੋਰੀਕਲ ਐਪੀਸੋਡ ਨਹੀਂ ਪੌਰਾਣਿਕ ਐਪੀਸੋਡਸ ਨੇ ਇਹ ਸਬਜੈਕਟ ਲਓ ਕਿਉਂਕਿ ਵੱਡੀ ਚੀਜ਼ ਨਾਲ ਲਾ ਕੇ ਬੰਦਾ ਵੱਡਾ ਹੁੰਦਾ ਛੋਟੀ ਚੀਜ਼ ਨਾਲ ਲਾ ਕੇ ਨਿਗਰ ਜਾਂਦਾ ਤਾਂ ਮੈਂ ਦਸਮ ਗ੍ਰੰਥ 'ਤੇ ਫਿਰ ਅਸੀਂ ਸਿਨਾਪਸਿਸ ਬਣਾਏ ਅਸੀਂ ਸਬਜੈਕਟ ਬਣਾਏ ਇਨਫਲੂਐਂਸ ਆਫ ਦਾ ਪੁਰਾਣਾ ਆਨ ਦਾ ਦਸਮ ਗ੍ਰੰਥ ਜਿਸ ਵਕਤ ਸਿਨਾਪਸਿਸ ਲੈ ਕੇ ਮੈਂ ਭਾਈ ਜੋਤ ਸਿੰਘ ਕੋਲ ਗਿਆ ਉਸ ਵਕਤ ਪ੍ਰੋਫੈਸਰ ਬਰਿਆਮ ਸਿੰਘ ਇੱਕ ਹੁੰਦੇ ਸੀ ਉਹ ਵੀ ਕੋਲ ਬੈਠੇ ਸੀ ਜਿਸ ਵੇਲੇ ਉਹਨਾਂ ਨੇ ਦੇਖਿਆ ਉਹ ਕਹਿੰਦਾ ਸਿਨਾਪਸਿਸ ਠੀਕ ਨੇ ਲੇਕਿਨ ਸਬਜੈਕਟ ਦਾ ਹੈਡਿੰਗ ਠੀਕ ਨਹੀਂ ਇਨਫਲੂਐਂਸ ਆ ਪੁਰਾਣਾ ਕੋਈ ਟਾਲਰੇਟ ਨਹੀਂ ਕਰੇਗਾ ਫਿਰ ਅਸੀਂ ਸਬਜੈਕਟ ਦਾ ਨਾਂ ਰੱਖਿਆ ਇਹ ਕ੍ਰਿਟੀਕਲ ਸਟੱਡੀ ਆਫ ਦਾ ਪੌਰਾਣਿਕ ਕੰਪੋਜੀਸ਼ਨ ਇਨ ਦਾ ਦਸਮ ਗ੍ਰੰਥ ਅਤੇ ਫਿਰ ਮੈਂ ਇਹ ਸਾਰਾ ਯਤਨ ਕਰਕੇ ਸਾਰੀ ਪ੍ਰੋਸੈਸ ਪੂਰੀ ਕਰਕੇ ਆਪਣਾ ਸਿਨਾਪਸਿਸ ਸਬਮਿਟ ਕਰ ਦਿੱਤਾ ਔਰ ਜਨਵਰੀ 59 यानी कुछ महीने बाद ही मैं रजिस्टर हो गया और मैं अपनी रिसर्च शुरू कर दी मेरा गाइड इत्थे ही होंदा सी मैनू कहन लगा मैनू दसम ग्रंथ के बारे कुछ नहीं पता मैनू 20 के सफ़े लिख दो मैं पता लग जाएगा मैं उन्होंने कहा कि मैं ਤੁਸੀਂ ਲਿਖ ਕੇ ਦਿੱਤਾ हाँ जी तो मैं उसनू कहा कि मैं शौक नाल कर रहा मजबूरी नाल नहीं कर रहा मैनू करन दिओ तुसी मैनू 3 महीने चाहे 6 महीने बाद जो रिपोर्ट सक्सैस होंदी वो भेज दिओ उन्होंने कहा अच्छा मैं तुहानू सच दसदा है कि 51 ਗਰਮੀ ਦੀਆਂ ਛੁੱਟੀਆਂ ਜਿਹੜੀਆਂ ਇਹ ਛੁੱਟੀਆਂ ਹੁੰਦੀਆਂ ਦੁਸਹਿਰੇ ਦੀ ਨਾਲ ਉਹਨਾਂ ਦੇ ਨਾਲ ਉਹਨੂੰ ਮੈਂ ਚਿੱਠੀ ਲਿਖੀ ਕਿ ਮੇਰਾ ਕੰਮ ਮੁਕੰਮਲ ਹੋ ਗਿਆ ਮੈਨੂੰ ਟਾਈਮ ਦਿਓ ਮੈਂ ਆ ਜਾਵਾਂ ਯਾਨੀ ਇੰਨੇ ਪੀਰੀਅਡ ਵਿੱਚ ਮੈਂ ਦਿਨ ਰਾਤ ਰੋਟੀ ਨਹੀਂ ਖਾ ਸਕਿਆ ਸੀ ਔਰ ਬਿਲਕੁਲ ਬੜੀ ਸੇਵਾ ਤੁਹਾਡੀ ਗੁਰੂ ਗ੍ਰੰਥ ਸਾਹਿਬ ਤੇ ਵੀ ਤੁਸੀਂ ਕੀਤਾ ਉਸ ਵਕਤ ਮੈਂ ਆ ਕੇ ਫਿਰ PhD ਇਹਦੇ ਨਾਲ ਸਾਰਾ ਕੁਝ ਕੀਤਾ ਉਹ ਥੀਸਿਸ ਸਬਮਿਟ ਕੀਤਾ ਔਰ ਜਲਦੀ ਹੀ ਰਿਪੋਰਟ ਆ ਗਈ ਔਰ ਉਹ ਰਿਪੋਰਟ ਮੇਰੀ ਕਿਤਾਬਾਂ 'ਤੇ ਲੱਗੀ ਹੋਈ ਹੈ ਉਸ ਦੇ ਵਿੱਚ ਡਾਕਟਰ ਹਜ਼ਾਰੀ ਪ੍ਰਸਾਦ ਦਵੇਦੀ ਨੇ ਜੋ ਲਿਖਿਆ ਕੋਈ ਮੁਕਾਬਲਾ ਨਹੀਂ ਮੇਰਾ ਵਾਈਵਾ ਵੀ ਨਹੀਂ ਕੀਤਾ ਗਿਆ ਸੀ ਹੁਣ ਉਸ ਤੋਂ ਬਾਅਦ ਇੱਥੇ ਮੈਂ ਕੁਆਲੀਫਾਈ ਕਰ ਲਿਆ PhD ਕਰਨ ਤੋਂ ਬਾਅਦ ਮੇਰਾ ਖਿਆਲ ਆਇਆ ਕਿ ਮੈਂ ਕਿਸੇ ਯੂਨੀਵਰਸਿਟੀ ਜਾਵਾਂ ਮੇਰੀ ਟ੍ਰਾਂਸਫਰ ਮਹਿੰਦਰਾ ਕਾਲਜ ਹੋ ਗਈ ਮੈਂ ਯੂਨੀਵਰਸਿਟੀ ਦੀਆਂ ਪੋਸਟਾਂ ਨਿਕਲ ਆਈਆਂ ਉੱਥੇ ਅਪਲਾਈ ਕੀਤਾ ਉੱਥੇ ਪਹੁੰਚ ਗਿਆ ਉੱਥੇ ਕਈ ਸਵਾਲ ਮੇਰੇ ਤੋਂ ਹੋਏ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਤਾਂ ਹਿੰਦੀ ਵਿੱਚ ਕੀਤੀ ਹੈ ਮੈਂ ਕਿਹਾ ਸਬਜੈਕਟ ਪੰਜਾਬੀ ਦਾ ਹੈ ਪੰਜਾਬੀ 'ਚ ਹੀ ਲਿਖਿਆ ਪਿਆ ਇਹ ਸਬਜੈਕਟ ਜਿਹੜਾ ਹੈ ਉਹ ਨਹੀਂ ਬਦਲਦਾ ਭਾਸ਼ਾ ਜਿਹੜੀ ਕੋਈ ਵੀ ਵਰਤ ਲਓ ਇੰਗਲਿਸ਼ ਮੀਡੀਅਮ ਰੱਖਿਆ ਜਾ ਸਕਦਾ ਹੈ ਇਹਨਾਂ ਨੇ ਮੈਨੂੰ ਇੱਥੇ ਥਾਂ ਦਿੱਤੀ ਫਿਰ ਇੱਥੇ ਆ ਕੇ ਮੈਂ ਦੇਖਿਆ ਹੋਰ ਵੀ PhD ਫਿਰਦੇ ਮੈਨੂੰ ਤਾਂ ਡੀਲਿਟ ਕਰਨੀ ਚਾਹੀਦੀ ਫਿਰ ਮੈਂ ਡੀਲਿਟ ਕੀਤੀ ਭਾਗਲਪੁਰ ਯੂਨੀਵਰਸਿਟੀ ਮਗਧ ਯੂਨੀਵਰਸਿਟੀ ਵਿੱਚ ਜਿਹੜੀ ਬਹੁਤ ਮਾਨਤਾ ਰੱਖਣ ਵਾਲੀ ਹੈ ਉੱਥੇ ਮੈਂ ਅਪਲਾਈ ਕੀਤਾ ਉਹਨਾਂ ਨੇ ਮੈਨੂੰ ਚਾਂਸ ਦੇ ਦਿੱਤਾ ਕਿ ਤੁਸੀਂ ਹੈਰਾਨ ਹੋਵੋਗੇ ਕਿ ਕਿਵੇਂ ਮੈਂ ਮਗਧ ਯੂਨੀਵਰਸਿਟੀ 'ਚ ਗਿਆ ਮੈਂ ਆਪਣੇ ਯੂਨੀਵਰਸਿਟੀ ਦੇ ਘਰ ਦੇ ਬਾਹਰ ਬੈਠਾ ਸੀ ਨਵੇਂ ਤਾਰਾਂ ਲੱਗੀਆਂ ਸੀ ਨਵਾਂ ਮਕਾਨ ਬਣਿਆ ਸੀ ਉੱਥੇ ਬੈਠਾ ਇੱਕ ਬਾਹਰੋਂ ਸੜਕ 'ਤੇ ਬੰਦਾ ਲੰਘਿਆ ਧੋਤੀ ਪੋਸ਼ ਸੀ ਮੈਨੂੰ ਕਹਿੰਦਾ ਮੈਂ ਅਸਾਂ ਡਾਕਟਰ ਰਤਨ ਸਿੰਘ ਜੱਗੀ ਦੇ ਘਰ ਜਾਣਾ ਮੈਂ ਕਿਹਾ ਇਹ ਕਰ ਰਿਹਾ ਇੱਧਰੋਂ ਬਲ ਕੇ ਆ ਜਾ ਉਹ ਆ ਗਿਆ
ਮੈਂ ਕਿਹਾ ਦੱਸ। ਉਸ ਨੇ ਦੱਸਿਆ ਮੈਂ ਉਦਾਸੀਆਂ 'ਤੇ ਕੰਮ ਕਰ ਰਿਹਾ ਅਤੇ ਮੈਨੂੰ ਦੱਸਿਆ ਕਿ ਤੁਸੀਂ ਅਥਾਰਟੀ ਹੋ, ਤੁਸੀਂ ਮੈਨੂੰ। ਉਸ ਨੇ ਜਿੰਨੀ ਲੋੜ ਸੀ ਮੈਂ ਗਾਈਡ ਉਹਨੂੰ ਕਰ ਦਿੱਤਾ। ਫਿਰ ਮੈਨੂੰ ਕਹਿੰਦਾ ਮੈਂ ਹਾਂਜੀ ਹਾਂਜੀ। ਫਿਰ ਮੈਂ ਉਸ ਨੂੰ ਕਿਹਾ ਕਿ ਉੱਥੇ ਡੀਲਿਟ ਦਾ ਪ੍ਰਬੰਧ ਹੈ। ਕਹਿੰਦਾ ਬਹੁਤ ਅੱਛਾ ਪ੍ਰਬੰਧ ਹੈ, ਪਰ ਇਹ ਹੈ ਕਿ ਉਹ ਬਾਹਰਲਾ ਕੈਂਡੀਡੇਟ ਕਰਨਗੇ ਰਜਿਸਟਰ ਜਾਂ ਨਹੀਂ ਕਰਨਗੇ। ਮੈਂ ਆਪਣਾ ਸਬਜੈਕਟ ਉਸ ਤੋਂ ਐਡਰੈਸ ਲੈ ਕੇ ਡੀਨ ਨੂੰ ਨੈਕਸਟ ਦਿਨ ਚਿੱਠੀ ਪਾ ਦਿੱਤੀ ਕਿ ਇਹ ਸਬਜੈਕਟ ਹੈ, ਮੈਂ ਕਰਨਾ ਚਾਹੁੰਦਾ ਹੈ, ਇਹ ਪ੍ਰॉब्लम्स ਨੇ। चिट्ठी आई 3 दिनों बाद, उत्थे लिखा है आपका सब्जेक्ट ठीक है, आपका पंजीकरण हो सकता है, आप स्वयं आ जाइए या डाक द्वारा। मैं अगले सवेर उन्होंने जागण तो पहला उत्थे पहुँचा। जिस वक्त मैं उत्थे पहुँचा वो यूनिवर्सिटी बहुत गया शहर तो 11 मील बाहर सी। मैं उत्थे गया जिथे बहुत दे मंदिर सी, उन्होंने नाल बहुत सोहने यूनिवर्सिटी गया, हाली झाड़ू चल रहे सी। कहते जी यूनिवर्सिटी 11 बजे लगती है। मैं कहा चल ठीक है। एक बोर्ड लग्या हुआ से डिपार्टमेंट के बाहर, उत्थे लिखा तुलसी जयंती मनाई जा रही है। मैं कहा ठीक है। उत्थे मैं डीन के कमरे बैठ गया। डीन आया, 1 मिनट हेलो हुई, वो भी चुप। उस तो बाद सारे उत्थे चले गए फंक्शन अपने ते। मैं उत्थे बैठा रहा। इन्ने तक चपड़ासी आया, कहते आपको डीन साहब बुला रहे हैं। मैं उत्थे चला गया। उत्थे हाल भरिया पिया सी, सारे सीनियर बंदे एक्सैप्ट वाइस चांसलर उत्थे पहुँच। मैं आखिरली लाइन में बैठ गया तो संग रहा सी पता नहीं की है। उत्थे उस स्टेज पे डीन साहब उठ के कहते हैं आज हमारा सौभाग्य है कि पंजाब से एक विद्वान आए हुए हैं, आज के इस सेमिनार का प्रारंभ उन्हीं के भाषण से करें। मैं बड़ा हैरान होया, पसीना पसीना हो गया। पर खैर वो कहते अगे आ जाओ, मंच ते आ जाओ। मैं मंच वाल तुर पिया। रस्ते मैंने टाइम मिल गया 2 मिनट या 3 मिनट। उधर उन्होंने कह दिता कि फलां महिला तुलसी का एक पद गायन करेगी। वो पद गायन करन में 3 मिनट लगे। मैं सब्जेक्ट सोच लिया। मैं जिस वक्त स्टेज पर पहुँचा मैं बिल्कुल एकदम हो गया। तो फिर मैं उत्थे एको गल कही, पता नहीं कितनी बार ताड़ी बजी 15 मिनटों में। और 2 बड़े स्कॉलर बनारस तो आए सी तुलसीदास बारे गल करन, उन्होंने अपनी कवितावां सुना के पिछा छुड़ाया। तो मैं उत्थे एक गल कही कि तुलसी का रामायण का इतना महत्व है कि पंजाब में गुरु ग्रंथ साहब एक वट वृक्ष है, बड़दा वृक्ष है, और उस वट वृक्ष के नीचे कोई पौधा पनप नहीं सकता। केवल एक पौधा है रामचरितमानस, जो किसी न किसी रूप में अपने अस्तित्व को कायम रखता रहा और गली मोहल्लों में उसकी कथा वार्ता होती रही। बस इस ताड़ी बज गई। उस तो बाद मैं 10-15 मिनट बोलिया, सब खुश हो गए। उस तो बाद समागम खत्म हो गया। वो सारे स्कॉलर बहुत मंदिरां नूं चल पे डीन दी कार विच। जिस वक्त उत्थों डिपार्टमेंट तो 1 किलोमीटर ही गए होने हैं तो कहते सरदार जी कहाँ है, सरदार जी कहाँ है। वो सरदार जी तो नाल ले आए नहीं, वापस आए। मैनू नाल लैके बैठ के मैनू डीन ने पिछले कमरे पिछली सीट पर बिठा लिया। मैनू कहते सरदार जी आपके भाषण ने हमारा कार्य पंजीकरण का सरल कर दिया है। अब हर व्यक्ति हर तो डीलेट उत्थे फिर मैं उन्होंने सब्जेक्ट दिता, उन्होंने सिनाप्सिस भेज दिता, फिर उन्होंने लिख के भेज दिता। तुसी हैरान होवोगे कि 3 सालों ਦੇ ਵਿੱਚ 71 ਦੇ ਵਿੱਚ ਰਜਿਸਟ੍ਰੇਸ਼ਨ ਹੋਈ ਤੇ 73 ਵਿੱਚ ਮੈਂ ਡੀਲਿਟ ਹੋ ਗਈ। तो ਡੀਲਿਟ ਕਰਨ ਤੋਂ ਬਾਅਦ ਫਿਰ ਮੇਰਾ ਗੌਰਵ ਮੈਨੂੰ ਆਪਣੇ ਆਪ ਵਿੱਚ ਤਸੱਲੀ ਹੋ ਗਈ। ਫਿਰ ਉਹ ਡੀਲਿਟ ਵਿੱਚ ਵੀ ਤੁਸੀਂ ਹੈਰਾਨ ਹੋਗੇ, ਵਾਈਵਾ ਹੋਇਆ ਸੀ। ਵਾਈਵਾ ਦੇ ਵਿੱਚ ਇੱਕ 80 ਸਾਲਾਂ ਤੋਂ ਉੱਪਰ ਵਿਦਵਾਨ ਬਨਾਰਸ ਤੋਂ ਆਇਆ ਸੀ। जिस वाइवा करने लगा तो उठ के खड़ा हो गया। कहता मैं आपसे कुछ पूछने नहीं आया, ये थीसिस ठीक है। मुझे तो कई बातें पता ही नहीं ठीक लग रही थी। मैं चाहता था कि आप जैसे विद्वान के साथ बातें करके उनके संबंध में ठीक इन्फॉर्मेशन लूँ, और वो मेरे सवाल हैं। तो इन्ना कुछ हो कि वो थीसिस मेरा उत्थे रिकॉर्ड है कि इस वर्गा वो कोई ठीक नहीं, किसी ने नमूना देखना होवे। ਪਰ ਡਾਕਟਰ ਸਾਹਿਬ ਇਹ ਅਸੀਂ 3 ਗੱਲਾਂ ਕੀਤੀਆਂ, ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਤੇ ਤੁਲਸੀ ਰਾਮਾਇਣ ਤੇ ਹੋਰ ਤੁਹਾਨੂੰ ਜਿਹੜੀ 100-150 ਦੇ ਕਰੀਬ ਕਿਤਾਬਾਂ ਤੁਸੀਂ ਰਚਿਤ ਕੀਤੀਆਂ ਲਿਖੀਆਂ ਨੇ, ਉਹਨਾਂ ਵਿੱਚ ਬਹੁਤ ਅੱਛੀ ਜਿਹੜੀ ਤੁਸੀਂ ਕਹਿੰਦੇ ਜਿਹੜੇ ਮਨ ਤੁਹਾਡੇ ਮਨ ਨਾਲ ਲੱਗੀ ਹੈ ਜਾਂ ਕਾਫੀ ਨੇੜੇ ਚੀਜ਼ ਹੈ, ਉਹਦੇ ਬਾਰੇ ਦੱਸੋ। देखो सच्ची गल तो यह है कि ज्यों ज्यों मैं इधर नूं चुकदा गया मेरा मन गुरबाणी वाल ज़्यादा वधदा गया। ਅਧਿਆਤਮਕ ਤੇ ਸਭ ਤੋਂ ਜ਼ਿਆਦਾ
ਅਗਰ ਮੈਨੂੰ ਕੋਈ ਚੀਜ਼ ਚੰਗੀ ਲੱਗੀ, ਸਭ ਤੋਂ ਸ੍ਰੇਸ਼ਟ ਲੱਗੀ, ਜਿਸ ਦਾ ਸ੍ਰੇਸ਼ਟ ਮੈਸੇਜ ਸੀ, ਉਹ ਗੁਰੂ ਗ੍ਰੰਥ ਸਾਹਿਬ ਹੈ। ਅਤੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਅਰਥ ਬੋਧ ਪਹਿਲੇ 5 ਵਾਲੀਅਮ ਵਿੱਚ ਤਿਆਰ ਕੀਤਾ, ਲਾਈਨ ਟੂ ਲਾਈਨ ਅਰਥ ਸੀ। ਲੇਕਿਨ ਸਾਰਿਆਂ ਨੇ ਕਿਹਾ ਕਿ ਤੁਸੀਂ ਸਾਨੂੰ ਹੋਰ ਡਿਟੇਲ ਦਿਓ। ਫਿਰ ਮੈਂ ਭਾਵ ਪ੍ਰਬੋਧਨੀ ਟੀਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ 8 ਵਾਲੀਅਮ ਵਿੱਚ ਤਿਆਰ ਕੀਤਾ। ਬਸ ਉਹ ਟੀਕਾ ਛਪਿਆ, ਮੈਨੂੰ 2 ਡੀਲਿਟ ਆਨਰਸ ਕਾਸਾਂ ਮਿਲੀਆਂ, ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦਿੱਤੀ, ਇੱਕ ਆਪਣੀ ਯੂਨੀਵਰਸਿਟੀ ਨੇ। 15 ਦਿਨਾਂ ਬਾਅਦ ਆਪਣੀ ਯੂਨੀਵਰਸਿਟੀ ਨੇ ਮੈਨੂੰ ਡੀਲਿਟ ਆਨਰਸ, ਜਿਹੜੀਆਂ ਕਿ ਇੰਨੀ ਸਿਫਾਰਸ਼ਾਂ ਦੇ ਨਾਲ ਵੀ ਨਹੀਂ ਸੀ ਮਿਲਦੀਆਂ। ਤਾਂ ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ, ਉਸ ਵਿੱਚ ਜਿਹੜਾ ਮੈਸੇਜ ਹੈ ਉਹ ਮਨੁੱਖਤਾ ਦੇ ਕਲਿਆਣ ਲਈ ਹੈ। ਔਰ ਮਨੁੱਖਤਾ ਦੇ ਵਿੱਚ ਕਦੀ ਨਾ ਕਦੀ ਪ੍ਰੋਬਲਮ ਪੈਦਾ ਹੁੰਦੀਆਂ ਰਹਿੰਦੀਆਂ, ਉਸ ਨੂੰ ਸੁਧਾਰ ਦੀ, ਕਲਿਆਣ ਦੀ ਲੋੜ ਪੈਂਦੀ ਰਹਿੰਦੀ ਹੈ। ਔਰ ਗੁਰਬਾਣੀ ਜਿਹੜੀ ਹੈ ਉਹ ਮਨੁੱਖ ਨੂੰ ਸੁਧਾਰਨ ਦਾ ਯਤਨ ਹੈ। ਜਦ ਤੱਕ ਮਨੁੱਖ ਕਾਇਮ ਹੈ, ਮਨੁੱਖ ਗਲਤੀਆਂ ਕਰਦਾ ਰਹੇਗਾ, ਮਨੁੱਖ ਤੋਂ ਤਰੁੱਟੀਆਂ ਹੁੰਦੀਆਂ ਰਹਿਣਗੀਆਂ, ਉਹਨੂੰ ਸੁਧਾਰਨ ਦੀ ਲੋੜ ਪੈਂਦੀ ਰਹੇਗੀ। ਔਰ ਉਸ ਦੇ ਸੁਧਾਰਨ ਵਾਸਤੇ ਸਭ ਤੋਂ ਚੰਗਾ ਸੰਦੇਸ਼ ਗੁਰੂ ਗ੍ਰੰਥ ਸਾਹਿਬ ਹੈ। ਇਸ ਵਾਸਤੇ ਜਦ ਤੱਕ ਮਨੁੱਖਤਾ ਕਾਇਮ ਹੈ, ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਕਾਇਮ ਹੈ। ਔਰ ਜਦ ਤੱਕ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਕਾਇਮ ਹੈ, ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ ਸਭ ਤੋਂ ਪਵਿੱਤਰ ਚੀਜ਼ ਹੈ ਔਰ ਸਭ ਤੋਂ ਸ੍ਰੇਸ਼ਟ ਚੀਜ਼ ਹੈ। ਬਿਲਕੁਲ, ਗੁਰੂ ਗ੍ਰੰਥ ਸਾਹਿਬ ਸਭ ਤੋਂ ਸ੍ਰੇਸ਼ਟ ਹੈਗੇ ਨੇ, ਜਿਵੇਂ ਤੁਸੀਂ ਦੱਸ ਰਹੇ ਹੋ। ਔਰ ਪਾਰਟੀਸ਼ਨ ਵੇਲੇ ਤੁਸੀਂ 20 ਸਾਲ ਦੇ ਸੀ, ਤੁਸੀਂ ਦੱਸਿਆ ਜਿਵੇਂ, ਔਰ ਜ਼ਿਲ੍ਹਾ ਕੈਮਲਪੁਰ ਤੋਂ ਇੱਥੇ ਪੰਜਾਬ 'ਚ ਆਏ, ਉਹ ਕੀ ਐਕਸਪੀਰੀਅੰਸ ਰਿਹਾ? ਤੁਹਾਨੂੰ ਯਾਦ ਗੱਲਾਂ ਹੋਣਗੀਆਂ, ਕੁਝ ਲੈਂਡ ਤੁਹਾਨੂੰ ਮਿਲੀ ਹੈ, ਕੋਈ ਅਲਾਟਮੈਂਟ ਹੋਈ ਸੀਗੀ? ਗੱਲ ਇਹ ਹੈ ਕਿ ਜਿਸ ਵਕਤ ਇੱਥੇ ਆਇਆ ਤਾਂ ਜ਼ਮੀਨ ਮਿਲੀ ਲੋਟੋਂ ਪਿੰਡ ਵਿੱਚ, ਜਿਹੜਾ ਨਾਰਾਇਣਗੜ੍ਹ ਤਹਿਸੀਲ ਦੇ ਵਿੱਚ ਹੈ। ਉੱਥੇ ਮੈਂ ਗੰਨੇ ਦੀ ਫਸਲ ਸੀ, ਹੋਰ ਸਾਰਾ ਕੁਝ ਸੀ। ਮੈਂ ਖੇਤੀ ਵਿੱਚ ਮੇਰਾ ਮਨ ਨਹੀਂ ਲੱਗ ਸਕਿਆ। ਫਿਰ ਮੈਂ ਪੜ੍ਹਨਾ ਚਾਹੁੰਦਾ ਸੀ। ਫਿਰ ਮੈਂ ਉੱਥੋਂ ਲੁਧਿਆਣੇ ਗਿਆ, ਟਾਈਪ ਸਿੱਖੀ। ਹੈੱਡਕੁਆਟਰ 4th ਇਨਫੈਂਟਰੀ ਡਿਵੀਜ਼ਨ ਵਿੱਚ ਮੈਂ ਸਿਵਲੀਅਨ ਕਲਰਕ ਲੱਗਿਆ। ਉੱਥੇ ਵੀ ਮੈਂ ਸਾਲ 1.5 ਸਾਲ ਕੰਮ ਕੀਤਾ। ਮੈਨੂੰ ਸਭ ਨੇ ਸਲਾਹ ਦਿੱਤੀ ਕਿ ਜੇ ਤੁਸੀਂ ਅੱਗੇ ਪੜ੍ਹਨਾ ਚਾਹੁੰਦਾ ਨਾ, ਦਿੱਲੀ ਚਲਾ ਜਾ। ਮੈਂ ਦਿੱਲੀ ਗਿਆ, ਉੱਥੇ ਪੁਲਿਸ ਦੀ ਭਰਤੀ ਹੋ ਰਹੀ ਸੀ। ਮੈਨੂੰ ਟਾਈਪ ਆਉਂਦੀ ਸੀ, ਤਾਂ ਪੁਲਿਸ ਵਾਲਿਆਂ ਨੇ ਮੈਨੂੰ ਡਾਇਰੈਕਟ ਹੈੱਡ ਕਾਂਸਟੇਬਲ ਲੈ ਲਿਆ, ਟਾਈਪ ਦਫ਼ਤਰ ਦੇ ਕੰਮਾਂ ਨੂੰ ਵਾਚੜ ਕਰਨ। ਉੱਥੇ ਮੈਂ ਲੱਗ ਗਿਆ। 7 ਸਾਲ ਮੈਂ ਪੁਲਿਸ ਵਿੱਚ ਰਿਹਾ, ਸਪੈਸ਼ਲ ਬ੍ਰਾਂਚ ਵਿੱਚ ਵੀ ਅਤੇ ਜਨਰਲ ਬ੍ਰਾਂਚ ਵਿੱਚ ਵੀ। 7 ਸਾਲਾਂ ਦੇ ਵਿੱਚ ਮੈਨੂੰ 14 ਕਮੈਂਡੇਸ਼ਨ ਸਰਟੀਫਿਕੇਟ ਮਿਲੇ ਮੇਰੇ ਵਧੀਆ ਕੰਮ ਕਰਕੇ। ਅਤੇ ਜਿਸ ਵਕਤ ਇਹ ਸਾਰਾ ਕੰਮ ਖਤਮ ਹੋ ਗਿਆ, 7 ਸਾਲ ਮੇਰੇ ਪੂਰੇ ਹੋ ਗਏ, MA ਮੈਂ ਕਰ ਲਿਆ, ਤਾਂ ਉਸ ਤੋਂ ਬਾਅਦ ਰਾਹ ਹੀ ਖੁੱਲ੍ਹ ਗਏ। ਮੈਨੂੰ ਕਦੀ ਬਿਨਾਂ ਇੰਟਰਵਿਊ ਜਾਂ ਪ੍ਰਮੋਸ਼ਨ ਨਾਲ ਕੋਈ ਪੋਸਟ ਨਹੀਂ ਲੱਗੀ। ਡਾਇਰੈਕਟ ਇੰਟਰਵਿਊ ਕੀਤੇ ਔਰ ਡਟ ਕੇ ਕੀਤੇ ਔਰ ਕਾਮਯਾਬ ਰਿਹਾ। ਔਰ ਇਸ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ, ਮੇਰਾ ਗੁਰਮਤ ਦੇ ਨਾਲ, ਸਿੱਖ ਫਿਲਾਸਫੀ ਨਾਲ, ਸਿੱਖ ਧਰਮ ਦੇ ਨਾਲ, ਸਿੱਖ ਪ੍ਰਚਾਰ ਦੇ ਨਾਲ, ਔਰ ਖ਼ਾਸ ਤੌਰ 'ਤੇ ਗੁਰਬਾਣੀ ਦੇ ਵਿੱਚ ਜਿਹੜਾ ਮੈਸੇਜ ਦਿੱਤਾ ਗਿਆ ਮਨੁੱਖਤਾ ਦੇ ਸੁਧਾਰ ਲਈ, ਉਸ ਗੁਰਬਾਣੀ 'ਚ ਮਨੁੱਖਤਾ ਸੁਧਾਰ ਦਿੱਤਾ ਗਿਆ। ਪਰ ਹੁਣ ਮੈਂ ਅੱਜ ਦੀ ਅਜੋਕੀ ਗੱਲ ਕਰ ਦਿੰਦਾ, ਸਮਾਜ ਦਾ ਜੋ ਚਿੱਤਰਨ ਚੱਲ ਰਿਹਾ, ਵਿਚਰਨ ਚੱਲ ਰਿਹਾ, ਇੱਕ ਮਿੰਟ। ਔਰ ਅੱਜ ਕੱਲ੍ਹ ਦੇ ਯੂਥ ਜਿਹੜਾ ਹੈ, ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 7-8 ਪੰਜਾਬ ਬਣ ਚੁੱਕੇ ਨੇ, ਫੈਲ ਚੁੱਕਿਆ ਹੈ। ਪਰ ਇੱਥੋਂ ਪੰਜਾਬ, ਇਹ ਵਾਲਾ ਪੰਜਾਬ ਖਾਲੀ ਹੋ ਰਿਹਾ। ਇਹਦੇ ਬਾਰੇ ਕੀ ਸਮਝਦੇ? ਇਹਦੇ ਬਾਰੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਸ ਵਕਤ ਅਸੀਂ ਆਪਣੀਆਂ ਹੱਦਾਂ ਟੱਪ ਜਾਂਦੇ ਹਾਂ, ਜਿਸ ਵਕਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਆਪਣੀਆਂ ਹੱਦਾਂ ਟੱਪ ਜਾਂਦੇ ਹੈ, ਹੋਰ ਧਰਮਾਂ ਵਾਲੇ ਆਪਣੀਆਂ ਹੱਦਾਂ ਟੱਪ ਜਾਂਦੇ ਆ, ਉਸ ਵਕਤ ਮਨੁੱਖਤਾ ਦਾ ਜਿਹੜਾ ਸਮਾਜਿਕ ਸੰਦਰਭ ਹੈ ਜਾਂ ਇਕੱਠ ਹੈ, ਉਹ ਖੇਰੂ ਖੇਰੂ ਹੋ ਜਾਂਦਾ ਹੈ। ਹੁਣ ਤੁਸੀਂ ਦੇਖੋ ਕਿ ਸਿੱਖਾਂ ਨੂੰ ਲਓ, ਸਿੱਖ ਜਿਹੜੇ ਨੇ ਉਹ ਆਪਣੇ ਪਤਤ ਪੁਣੇ ਵੱਲ ਵੱਧ ਰਹੇ ਨੇ। ਉਹਨਾਂ ਨੂੰ ਪਤਤ ਪੁਣੇ ਤੋਂ ਕੋਈ ਨਹੀਂ ਰੋਕ ਸਕਦਾ, ਕਿਉਂਕਿ ਕੋਈ ਉਹਨਾਂ ਦੇ ਸਾਹਮਣੇ ਮਾਡਲ ਨਹੀਂ ਹੈ। ਔਰ ਉਹ ਹਟਦੇ ਜਾ ਰਹੇ, ਉਹਨਾਂ ਨੂੰ ਪਤਾ ਨਹੀਂ। ਤੁਸੀਂ ਹੈਰਾਨ ਹੋਵੋਗੇ, ਮੈਂ ਬੱਸਾਂ ਵਿੱਚ ਟਰੈਵਲ ਕਰਦਾ ਜਾਂ ਹੋਰ ਸਭ ਤੋਂ ਵੱਡਾ ਮਾਡਲ ਗੁਰੂ ਗੋਬਿੰਦ ਸਿੰਘ ਆਪ ਨੇ, ਸਾਖਸ਼ਾਤ ਸਾਡੇ ਗੁਰੂ ਸਾਹਿਬ ਇੱਕ ਤੋਂ ਲੈ ਕੇ ਆਖਿਰ ਤੱਕ। ਮੈਂ ਇੱਕ ਕਿਤਾਬ ਲਿਖੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਜੋਤ ਵਿਕਾਸ। ਗੁਰੂ ਨਾਨਕ ਪਹਿਲੇ ਨੇ, ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਜੋਤ ਹੈ, ਵਿਚਾਰਧਾਰਾ ਹੈ, ਉਹ ਵਿਕਾਸ ਕਰਦੀ। ਉਹਨਾਂ ਦੀ ਜਿਹੜੀ ਜੋਤ ਹੈ ਉਹ ਸਰੀਰਾਂਤਰਿਤ ਹੁੰਦੀ ਹੈ, 10ਵੇਂ ਗੁਰੂ ਤੱਕ ਸਰੀਰਾਂ ਵਿੱਚ ਬਦਲਦੀ ਹੈ। 10ਵੇਂ ਗੁਰੂ ਤੋਂ ਬਾਅਦ ਉਹ ਜੋਤ ਜਿਹੜੀ ਹੈ ਉਹ ਇੱਕ ਕਿਸਮ ਦੀ ਸਰੀਰਾਂ ਨੂੰ ਛੱਡ ਕੇ ਉਹ ਸ਼ਬਦ ਵਿੱਚ ਸਮਾ ਜਾਂਦੀ ਹੈ। ਅਤੇ ਸ਼ਬਦ ਜਿਹੜਾ ਹੈ ਉਹ ਬਾਣੀ ਹੈ। ਬਾਣੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਇਸ ਵਾਸਤੇ ਸਾਰੀ ਸਿੱਖੀ ਦਾ ਮਰਕਜ਼ ਜਿਹੜਾ ਹੈ
ਉਹ ਗੁਰੂ ਗ੍ਰੰਥ ਸਾਹਿਬ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਸਾਨੂੰ ਜੀਵਨ ਜੀਣਾ ਚਾਹੀਦਾ ਹੈ ਔਰ ਸਿੱਖ ਧਰਮ ਜਿਹੜਾ ਹੈ ਉਹ ਗੁਰਬਾਣੀ ਦਾ ਹੀ ਅੰਤਿਮ ਰੂਪ ਹੈ। ਇਸ ਵਾਸਤੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਮਾਰਗ ਦੱਸਿਆ ਹੈ, ਜਿਸ 'ਤੇ ਚੱਲਣ ਲਈ ਸਾਨੂੰ ਪ੍ਰੇਰਣਾ ਦਿੱਤੀ ਹੈ, ਉਸ ਨੂੰ ਸਾਨੂੰ ਪਕੜਨਾ ਚਾਹੀਦਾ ਹੈ। ਨਾ ਕਿ ਬਹੁਤ ਸਾਰੇ ਬੰਦੇ ਮੈਂ ਦੇਖੇ ਸਿਰ ਉਹਨਾਂ ਦੇ ਮੁੰਨੇ ਥੋੜ੍ਹੀਆਂ ਥੋੜ੍ਹੀਆਂ ਦਾੜੀਆਂ, ਲੋੜ ਹੁੰਦੀ ਪਗੜੀ ਰੱਖ ਲੈਂਦੇ, ਸਿੱਖ ਬਣ ਜਾਂਦੇ, ਜਿਸ ਵਕਤ ਨਾ ਹੋਵੇ ਉਹ ਆਮ ਜਨਤਾ 'ਚ ਮਿਲ ਜਾਂਦੇ। ਇਹ ਗੱਲਾਂ ਜਿਹੜੀਆਂ ਨੇ ਇਹ ਜਿਹੜੇ ਸਾਡੇ ਆਗੂ ਨੇ, ਅਗਰ ਉਹਨਾਂ ਆਗੂਆਂ ਦੇ ਵਿੱਚ ਆਪਣੀ ਆਚਾਰਗਤ ਕਰੈਕਟਰਗਤ ਸ੍ਰੇਸ਼ਟ ਹੋਵੇ ਤੇ ਇਹੋ ਜਿਹੀ ਗੱਲ ਨਹੀਂ ਹੋ ਸਕਦੀ। ਉਹਨਾਂ ਵਿੱਚ ਆਪ ਪੀਂਦੇ ਆ, ਸ਼ਰਾਬਾਂ ਪੀਂਦੇ ਆ, ਨਾਚ ਗਾਣੇ ਕਰਦੇ ਆ, ਸਭ ਕੁਝ ਕਰਦੇ ਆ, ਫਿਰ ਉਹ ਚਾਹੁੰਦੇ ਆ ਕਿ ਸਾਡੇ ਜਿਹੜੇ ਫਾਲੋਅਰਸ ਨੇ ਉਹ ਸਿੱਖ ਹੋ ਜਾਣ। ਚੌਥੇ ਦਿਨ ਖਬਰ ਛਪ ਜਾਂਦੀ ਇੰਨੇ ਅੰਮ੍ਰਿਤਧਾਰੀ ਬਣੇ, ਇੰਨੇ ਅੰਮ੍ਰਿਤ ਛਕੇ। ਤੁਸੀਂ ਹੁਣ ਕੀ ਰਿਸਰਚ ਕਰ ਰਹੇ ਹੋ? ਅੱਜ ਕੱਲ੍ਹ ਕੋਈ ਕੰਮ ਕਰ ਰਹੇ ਹੈਗੇ? ਮੈਂ ਸਦਾ ਹੀ ਕੰਮ ਕਰਦਾ ਹੀ ਰਹਿੰਦਾ। ਮੈਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਗਿਆ, ਉਸ 'ਤੇ ਮੈਨੂੰ ਪੰਜਾਬ ਗੌਰਮੈਂਟ ਨੇ ਵੀ ਕਿਤਾਬਾਂ ਲਿਖਵਾਈਆਂ, ਗੁਰੂ ਨਾਨਕ ਬਾਣੀ, ਉਸ ਦੀ ਵਿਆਖਿਆ ਹਿੰਦੀ ਵਿੱਚ ਵੀ ਪੰਜਾਬੀ ਵਿੱਚ ਵੀ ਉਹ ਛਪੀ ਹੈ, ਹਜ਼ਾਰਾਂ ਦੀ ਤਾਦਾਦ ਵਿੱਚ ਇਹਨਾਂ ਨੇ ਗਿਫਟ ਵਜੋਂ ਵੰਡੀ ਹੈ। ਉਸ ਤੋਂ ਇਲਾਵਾ ਗੁਰਬਾਣੀ ਦੇ ਬਾਰੇ ਕਰ ਰਹੇ ਹਾਂ, ਸਾਰੇ ਗੁਰੂ ਸਾਹਿਬਾਨ ਬਾਰੇ ਲਿਖ ਰਹੇ ਹਾਂ, ਗੁਰੂ ਗੋਬਿੰਦ ਸਿੰਘ ਬਾਰੇ, ਹੁਣ ਰੀਸੈਂਟਲੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਲਿਖੀ ਹੈ। ਹੁਣ ਮੈਂ ਸੋਚ ਰਿਹਾ ਕਿ ਸਿੱਖ ਜਿਹੜੇ ਯੁੱਧਵੀਰ ਹੋਏ ਨੇ ਉਹਨਾਂ ਦੇ ਬਾਰੇ ਵੀ ਕਿਤਾਬ ਲਿਖਾਂ। ਮੈਂ ਇਹ ਵੀ ਕੋਸ਼ਿਸ਼ ਕਰ ਰਿਹਾ ਕਿ ਅਗਰ ਕੋਈ ਵੀ ਸਮੱਸਿਆ ਆਵੇ ਤਾਂ ਉਸ 'ਤੇ ਗੁਰਬਾਣੀ ਦਾ ਕੀ ਸੰਦੇਸ਼ ਹੈ, ਕੀ ਤੁਕਾਂ ਨੇ, ਉਹ ਇਕੱਠੀਆਂ ਕਰਕੇ ਸਾਰਾ ਇੱਕ ਇਹੋ ਜਿਹਾ ਸੰਗ੍ਰਹਿ ਤਿਆਰ ਕਰਨਾ ਚਾਹੀਦਾ ਜਿਹੜਾ ਹਰ ਇੱਕ ਦੀ ਪਾਕਟ ਵਿੱਚ ਹੋਵੇ। ਜਿਸ ਵਕਤ ਕੋਈ ਸਮੱਸਿਆ ਆਵੇ ਇੱਕਦਮ ਪਾਕਟ 'ਚ ਉਹ ਉੱਥੋਂ ਗੁਰਬਾਣੀ ਦਾ ਸੰਦੇਸ਼ ਲੈ ਲੈਣ ਔਰ ਉਸ ਅਨੁਸਾਰ ਆਪਣਾ ਜੀਵਨ ਜੀਣ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਡਾਕਟਰ ਸਾਹਿਬ ਇਹ ਦੱਸ ਰਹੇ ਨੇ ਕਿ ਆਉਂਦੇ ਦਿਨਾਂ ਤੱਕ ਵੀ ਇਹਨਾਂ ਦਾ ਜਿਹੜਾ ਖੋਜ ਹੈ, ਰਿਸਰਚ ਹੈ, ਇਹ ਕੰਮ ਜਿਹੜਾ ਜਾਰੀ ਰਹੇਗਾ ਔਰ ਇੱਕ ਸਿੱਖ ਪੰਥ ਔਰ ਪੰਜਾਬ ਦੇ ਲੋਕ ਇਹਨਾਂ ਦੀਆਂ ਲਿਖਤਾਂ ਤੋਂ ਫਾਇਦਾ ਉਠਾ ਸਕਦੇ ਹਨ। ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਗਗਨਦੀਪ ਪੂਜਾ, PTC ਨਿਊਜ਼, ਪਟਿਆਲਾ।